ਹੈਲੋ ਸਟੂਡੈਂਟਸ, ਅੱਜ ਆਪਾਂ ਸਟੱਡੀ ਕਰਾਂਗੇ ਈ-ਕਮਰਸ ਬਾਰੇ। ਅੱਜ ਦਾ ਆਪਣਾ ਟੌਪਿਕ ਕੀ ਹੈ? ਇੰਟਰੋਡਕਸ਼ਨ ਟੂ ਈ-ਕਮਰਸ, ਇਟਸ ਟਾਈਪਸ, ਐਡਵਾਂਟੇਜ ਐਂਡ ਡਿਸਐਡਵਾਂਟੇਜ। ਮੀਨਸ ਕਿ ਈ-ਕਮਰਸ ਕੀ ਹੁੰਦਾ, ਉਸ ਦੇ ਕਿਹੜੀਆਂ ਕਿਸਮਾਂ, ਗੁਣ ਕੀ ਆ ਉਸਦੇ, ਈ-ਕਮਰਸ ਦੇ ਔਗਣ ਕੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਈ-ਕਮਰਸ ਦੀ ਫੁੱਲ ਫੋਰਮ ਬਾਰੇ। ਈ-ਕਮਰਸ ਦੀ ਫੁੱਲ ਫੋਰਮ ਕੀ ਹੁੰਦੀ ਹੈ? ਇਲੈਕਟ੍ਰੋਨਿਕ ਕਮਰਸ। ਹੁਣ ਇਲੈਕਟ੍ਰੋਨਿਕ ਕਮਰਸ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਕਮਰਸ ਕੀ ਹੁੰਦਾ ਹੈ। ਕਮਰਸ ਕੀ ਹੁੰਦਾ ਹੈ? ਜਦੋਂ ਕੋਈ ਵੀ ਪ੍ਰੋਡਕਟ ਖਰੀਦਦੇ ਹਾਂ ਜਾਂ ਵੇਚਦੇ ਹਾਂ, ਜਾਂ ਕੋਈ ਵੀ ਸਰਵਿਸ ਗੁਡਸ ਅਸੀਂ ਲੈਂਦੇ ਹਾਂ ਜਾਂ ਦਿੰਦੇ ਹਾਂ, ਮੀਨਜ਼ ਜੋ ਕੁਝ ਵੀ ਟਰੇਡਿੰਗ ਕਰਨਾ ਉਹ ਕੀ ਹੁੰਦਾ? ਕਮਰਸ ਹੁੰਦਾ। ਜਦੋਂ ਇਹ ਸਭ ਕੁਛ ਇਲੈਕਟ੍ਰੋਨਿਕਲ ਕਰਦੇ ਹਾਂ ਤਾਂ ਉਸਨੂੰ ਕੀ ਕਿਹਾ ਜਾਂਦਾ? ਇਲੈਕਟ੍ਰੋਨਿਕ ਕਮਰਸ ਕਿਹਾ ਜਾਂਦਾ। ਸਿੰਪਲੀ ਅਸੀਂ ਕੀ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਕਿਸੇ ਵੀ ਪ੍ਰੋਡਕਟ ਨੂੰ, ਸਰਵਿਸ ਨੂੰ ਜਾਂ ਗੁਡਸ ਨੂੰ ਔਨਲਾਈਨ ਆਪਾਂ ਵੇਚਦੇ ਹਾਂ ਜਾਂ ਖਰੀਦਦੇ ਹਾਂ ਤਾਂ ਉਸਨੂੰ ਕੀ ਕਿਹਾ ਜਾਂਦਾ? ਈ-ਕਮਰਸ ਕਿਹਾ ਜਾਂਦਾ। ਇਸ ਤੋਂ ਬਿਨਾਂ ਇਲੈਕਟ੍ਰੋਨਿਕ ਕਮਰਸ ਹੈ ਜੋ, ਉਹ ਇਲੈਕਟ੍ਰੋਨਿਕ ਨੈਟਵਰਕ ਜਿਵੇਂ ਕਿ ਇੰਟਰਨੈੱਟ 'ਤੇ ਚੀਜ਼ਾਂ ਦੀ ਖਰੀਦ ਅਤੇ ਵੇਚਣ ਨੂੰ ਵੀ ਸੰਕੇਤ ਕਰਦਾ। ਦੂਜੇ ਸ਼ਬਦਾਂ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਕਿ ਈ-ਕਮਰਸ ਕੀ ਹੈ? ਇੱਕ ਇਲੈਕਟ੍ਰੋਨਿਕ ਮਾਧਿਅਮ ਦੁਆਰਾ ਜੋ ਖਰੀਦਦਾਰ ਹੈ ਅਤੇ ਜੋ ਵੇਚਣ ਵਾਲੇ ਆ, ਉਹਨਾਂ ਵਿਚਕਾਰ ਜੋ ਚੀਜ਼ਾਂ ਅਤੇ ਸੇਵਾ ਲਈ ਵਪਾਰ ਦਾ ਇੱਕ ਕੀ ਹੁੰਦਾ? ਮਾਧਿਅਮ ਹੁੰਦਾ। ਇਸ ਤੋਂ ਬਿਨਾਂ ਈ-ਕਮਰਸ ਦੇ ਵਿੱਚ ਕੀ ਹੁੰਦਾ? ਇਹ ਸਾਰਾ ਕੁਛ ਪੇਪਰਲੈਸ ਹੁੰਦਾ। ਮੀਨਜ਼ ਸਾਰਾ ਜੋ ਵਪਾਰ ਹੈ, ਪ੍ਰੋਡਕਟ ਨੂੰ ਵੇਚਣਾ, ਉਸਦੀ ਪੇਮੈਂਟ ਕਰਨੀ, ਇਹ ਔਨਲਾਈਨ ਹੁੰਦਾ। ਇਸ ਕਰਕੇ ਇਹਦੇ ਵਿੱਚ ਕੀ ਹੁੰਦਾ? ਪੇਪਰ ਦੀ ਲੋੜ ਨਹੀਂ ਹੁੰਦੀ। ਈ-ਕਮਰਸ ਦੇ ਵਿੱਚ ਈ-ਪੇਮੈਂਟ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ। ਈ-ਪੇਮੈਂਟ ਮੀਨਸ ਕੀ ਹੋ ਗਿਆ? ਇਲੈਕਟ੍ਰੋਨਿਕ ਪੇਮੈਂਟ ਸਿਸਟਮ। ਜਦੋਂ ਆਪਾਂ ਵੈਸੇ ਕੋਈ ਫਿਜ਼ੀਕਲੀ ਪ੍ਰੋਡਕਟ ਖਰੀਦਦੇ ਹਾਂ ਤਾਂ ਆਪਾਂ ਉਹਦੀ ਪੇਮੈਂਟ ਵੀ ਉੱਥੇ ਹੀ ਕਰਦੇ ਹਾਂ, ਪਰ ਜਦੋਂ ਕੋਈ ਆਪਾਂ ਔਨਲਾਈਨ ਪ੍ਰੋਡਕਟ ਖਰੀਦਦੇ ਹਾਂ ਤਾਂ ਉਹਦੇ ਲਈ ਜੋ ਪੇਮੈਂਟ ਦੇ ਲਈ ਸਿਸਟਮ ਯੂਜ਼ ਕੀਤਾ ਜਾਂਦਾ ਉਸਨੂੰ ਈ-ਪੇਮੈਂਟ ਸਿਸਟਮ ਕਿਹਾ ਜਾਂਦਾ। ਹੁਣ ਇਸ ਦੀਆਂ ਆਪਾਂ ਟਾਈਪਸ ਬਾਰੇ ਗੱਲ ਕਰਦੇ ਹਾਂ। ਇਸ ਦੀ ਫਸਟ ਟਾਈਪ ਕੀ ਹੈ? B2C ਮਾਡਲ। ਮੀਨਸ ਕੀ ਆ? ਬਿਜ਼ਨਸ ਟੂ ਕੰਜ਼ਿਊਮਰ। ਜਦੋਂ ਕੋਈ ਕੰਪਨੀ ਆ ਉਹ ਆਪਣੇ ਪ੍ਰੋਡਕਟ ਨੂੰ ਕੰਜ਼ਿਊਮਰ ਨੂੰ ਔਨਲਾਈਨ ਵੇਚਦੀ ਹੈ ਤਾਂ ਉਸਨੂੰ ਕਿਹੜਾ ਮਾਡਲ ਕਹਿੰਦੇ ਆ? B2C ਮਾਡਲ ਕਹਿੰਦੇ ਆ। ਵੈਨ ਏ ਕੰਪਨੀ ਸੈਲਸ ਪ੍ਰੋਡਕਟ, ਸਰਵਿਸ ਔਰ ਗੁਡਸ ਟੂ ਦਾ ਕਸਟਮਰ ਬਾਏ ਏ ਔਨਲਾਈਨ ਮੀਡੀਅਮ, ਦੈਟ ਇਜ਼ ਕਾਲਡ B2C ਮਾਡਲ। ਇਹਦੇ ਵਿੱਚ ਕੀ ਹੁੰਦਾ? ਕਸਟਮਰ ਆ ਜਿਹੜਾ ਉਹ ਪ੍ਰੋਡਕਟ ਨੂੰ ਵੈਬਸਾਈਟ 'ਤੇ ਦੇਖਦਾ। ਜੋ ਕੋਈ ਵੀ ਕਸਟਮਰ ਹੈ ਜਾਂ ਇੱਕ ਕੰਪਨੀ ਹੈ, ਜਦੋਂ ਬਿਜ਼ਨਸ ਕਰਦੀ ਆਪਸ ਤਾਂ ਉਹ ਕਿਹੜੇ ਮਾਧਿਅਮ ਰਾਹੀਂ ਕਰਦੀ ਹੈ? ਵੈਬਸਾਈਟ ਜਾਂ ਕੋਈ ਵੀ ਔਨਲਾਈਨ ਜੋ ਮੀਡੀਅਮ ਹੁੰਦਾ ਉਹਦੇ ਥਰੂ ਕਰਦੀ ਹੈ। ਇਹਦੀ ਐਗਜ਼ਾਮਪਲ ਕੀ ਆ ਜਾਂਦੀ ਹੈ? ਐਮਾਜ਼ੋਨ, ਫਲਿੱਪਕਾਰਟ। ਜਿਵੇਂ ਕਸਟਮਰ ਨੂੰ ਕੋਈ ਪ੍ਰੋਡਕਟ ਪਸੰਦ ਹੈ ਤਾਂ ਉਹਦੇ ਕਸਟਮਰ ਕੀ ਕਰੂਗਾ? ਉਸ ਪ੍ਰੋਡਕਟ ਨੂੰ ਆਰਡਰ ਕਰੂਗਾ। ਉਸ ਤੋਂ ਬਾਅਦ ਉਹ ਆਰਡਰ ਦੀ ਪ੍ਰੋਸੈਸਿੰਗ ਹੋਊਗੀ ਅਤੇ ਜੋ ਬਿਜ਼ਨਸ ਹੈ, ਮੀਨਜ਼ ਇੱਕ ਕੰਪਨੀ ਹੈ, ਉਸ ਪ੍ਰੋਡਕਟ ਨੂੰ ਕੀ ਕਰ ਦੂਗਾ? ਸਪਲਾਇਰ ਕਰ ਦੂਗਾ। ਸੈਕਿੰਡ ਟਾਈਪ ਕੀ ਆ ਜਾਂਦੀ ਹੈ? B2B ਮੀਨਜ਼ ਬਿਜ਼ਨਸ ਟੂ ਬਿਜ਼ਨਸ। ਇਟ ਇਜ਼ ਲਾਈਕ ਮੈਨੂਫੈਕਚਰ ਸੈਲਿੰਗ ਇਸ਼ੂ ਗੁਡਸ ਟੂ ਦਾ ਰਿਟੇਲਰ ਔਰ ਹੋਲਸੇਲਰ। ਇਹਦੇ ਵਿੱਚ ਕੀ ਹੁੰਦਾ ਕਿ ਦੋ ਡਿਫਰੈਂਟ ਕੰਪਨੀਜ਼ ਹੈ, ਦੋਨੋਂ ਹੀ ਕੀ ਹੈ? ਬਿਜ਼ਨਸ ਰਨ ਕਰ ਰਹੀਆਂ ਕਿਹਦੇ? ਔਨਲਾਈਨ। ਤਾਂ ਦੋਨੋਂ ਹੀ ਜਦੋਂ ਆਪਸ ਦੇ ਵਿੱਚ ਬਿਜ਼ਨਸ ਕਰਦੀਆਂ ਤਾਂ ਉਹ ਕਿਹੜੇ ਮਾਡਲ ਦੇ ਵਿੱਚ ਆ ਜਾਂਦੀਆਂ? B2B ਮਾਡਲ ਦੇ ਵਿੱਚ। ਮੰਨ ਲਓ ਇੱਕ ਹੋਲਸੇਲਰ ਹੈ ਔਰ ਇੱਕ ਮੈਨੂਫੈਕਚਰ ਹੈ, ਤਾਂ ਹੋਲਸੇਲਰ ਹੈ ਜੋ ਉਹ ਵੈਬਸਾਈਟ 'ਤੇ ਆਰਡਰ ਕਰੂਗਾ ਅਤੇ ਜੋ ਮੈਨੂਫੈਕਚਰ ਹੈ ਉਸ ਆਰਡਰ ਦੀ ਪ੍ਰੋਸੈਸ ਤੋਂ ਬਾਅਦ ਉਹਨੂੰ ਕੀ ਕਰ ਦੂਗਾ? ਸਪਲਾਇਰ ਕਰ ਦੂਗਾ। ਇਹਦੀ ਐਗਜ਼ਾਮਪਲ ਕੀ ਆ ਜਾਂਦੀ ਹੈ? ਇਹਦੀ ਐਗਜ਼ਾਮਪਲ ਇੰਡੀਆ ਮਾਰਟ ਜਾਂ ਅਲੀਬਾਬਾ ਆ ਜਾਂਦਾ। ਮੀਨਸ ਕਿ ਇਹਦੇ ਵਿੱਚ ਦੋ ਕੰਪਨੀਆਂ ਹੀ ਆਪਸ ਦੇ ਵਿੱਚ ਕੀ ਕਰਦੀਆਂ? ਔਨਲਾਈਨ ਬਿਜ਼ਨਸ ਕਰਦੀਆਂ। ਨੈਕਸਟ ਟਾਈਪ ਆ ਜਾਂਦੀ ਹੈ C2B ਮਾਡਲ। ਮੀਨਸ ਕੀ ਹੈ? ਕਸਟਮਰ ਟੂ ਬਿਜ਼ਨਸ। ਇਹ ਕੀ ਹੁੰਦਾ ਹੈ? ਇਹ ਬਿਜ਼ਨਸ ਟੂ ਕਸਟਮਰ ਦੇ ਰਿਵਰਸ ਹੁੰਦਾ, ਮੀਨਜ਼ ਉਸਦੇ ਉਲਟ ਹੁੰਦਾ। ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਜੋ ਇੱਕ ਕਸਟਮਰ ਆ ਉਹ ਆਪਣੇ ਪ੍ਰੋਡਕਟ ਨੂੰ ਔਨਲਾਈਨ ਪੋਸਟ ਕਰਦਾ ਅਤੇ ਜੋ ਇੱਕ ਕੰਪਨੀ ਹੁੰਦੀ ਹੈ ਉਸ ਪ੍ਰੋਡਕਟ ਨੂੰ ਕੀ ਕਰਦੀ ਹੈ? ਪਰਚੇਜ਼ ਕਰਦੀ ਹੈ। ਜਾਂ ਕਸਟਮਰ ਆਪਣੇ ਪ੍ਰੋਡਕਟ ਔਰ ਸਰਵਿਸ ਨੂੰ ਪੋਸਟ ਕਰ ਦਿੰਦਾ
ਕਿਸੇ ਵੀ ਵੈਬਸਾਈਟ ਤੇ ਉਹ ਕੰਪਨੀ ਆ ਜਿਹੜੀ ਉਹ ਉੱਥੋਂ ਉਹਨੂੰ ਕੀ ਕਰ ਲੈਂਦੀ ਹੈ, ਹਾਇਰ ਕਰ ਲੈਂਦੀ ਹੈ। ਨੈਕਸਟ ਆ ਜਾਂਦੀ ਹੈ C2C ਮਾਡਲ। ਮੀਨਸ ਕੀ ਹੈ, ਕਸਟਮਰ ਟੂ ਕਸਟਮਰ। ਇਹਦੇ ਵਿੱਚ ਕੀ ਹੁੰਦੇ ਹੈ ਕਿ ਦੋ ਕਸਟਮਰ ਹੀ ਆਪਸ ਦੇ ਵਿੱਚ ਕੋਈ ਵੀ ਪ੍ਰੋਡਕਟ ਜਾਂ ਸਰਵਿਸ ਨੂੰ ਪਰਚੇਜ਼ ਕਰਦੇ ਹੈ ਜਾਂ ਸੈੱਲ ਕਰਦੇ ਹੈ। ਇਹਦੇ ਵਿੱਚ ਇਹਨੂੰ ਇੱਕ ਨਾਮ ਨਾਲ ਹੋਰ ਵੀ ਜਾਣਿਆ ਜਾਂਦਾ, C2B2C ਮਾਡਲ ਵੀ ਕਿਹਾ ਜਾਂਦਾ। ਇਹਦਾ ਮਤਲਬ ਕੀ ਹੁੰਦਾ ਕਿ ਮੰਨ ਲਓ ਕੋਈ ਬਿਜ਼ਨਸ ਔਰਗਨਾਈਜੇਸ਼ਨ ਹੈ, ਜਿਵੇਂ OLX ਹੋ ਗਿਆ, eBuy ਹੋ ਗਿਆ, ਤਾਂ ਕੋਈ ਵੀ ਜੋ ਕਸਟਮਰ ਹੈ ਉਹ ਇੱਕ ਬਿਜ਼ਨਸ ਔਰਗਨਾਈਜੇਸ਼ਨ ਦੇ ਥਰੂ, ਵੈਬਸਾਈਟ ਦੇ ਥਰੂ ਆਪਣੇ ਪ੍ਰੋਡਕਟ ਨੂੰ ਕੀ ਕਰ ਦਿੰਦਾ, ਪੋਸਟ ਕਰ ਦਿੰਦਾ, ਅਤੇ ਦੂਸਰਾ ਕਸਟਮਰ ਹੈ ਜਿਹੜਾ ਉਹ ਉਸ ਪ੍ਰੋਡਕਟ ਨੂੰ ਕੀ ਕਰ ਲੈਂਦਾ, ਪਰਚੇਜ਼ ਕਰ ਲੈਂਦਾ। ਇਹ ਇਸ ਦੀਆਂ ਕੀ ਸੀਗੀਆਂ, ਟਾਈਪਸ। ਨੈਕਸਟ ਆਪਾਂ ਗੱਲ ਕਰਾਂਗੇ ਇਸ ਦੀਆਂ ਐਡਵਾਂਟੇਜ ਬਾਰੇ ਕਿ ਈ-ਕਮਰਸ ਦੀਆਂ ਐਡਵਾਂਟੇਜ ਕਿਹੜੀਆਂ। ਫਸਟ ਹੈ ਈਜ਼ ਆਫ ਡੂਇੰਗ ਬਿਜ਼ਨਸ। ਇਹਦਾ ਮਤਲਬ ਕੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਇਹਦੀ ਐਡਵਾਂਟੇਜ ਇਹ ਹੈ ਕਿ ਅਸੀਂ ਘਰ ਬੈਠੇ ਹੀ ਕੋਈ ਵੀ ਪ੍ਰੋਡਕਟ ਹੈ ਜਾਂ ਗੁਡਸ ਹੈ ਉਸਨੂੰ ਕੀ ਹੈ, ਖਰੀਦ ਸਕਦੇ ਹਾਂ। ਇਹਦੇ ਲਈ ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਕੰਪਨੀ ਵੀ ਹੈ ਜੋ ਈ-ਕਮਰਸ ਦੇ ਨਾਲ ਕੀ ਕਰਦੀ ਹੈ, ਆਪਣੇ ਪ੍ਰੋਡਕਟ ਨੂੰ ਕਿਤੇ ਵੀ ਵੇਚ ਸਕਦੀ ਹੈ, ਕਿਸੇ ਵੀ ਟਾਈਮ 'ਤੇ ਅਤੇ ਕਿਸੇ ਵੀ ਜਗ੍ਹਾ ਤੋਂ ਆਪਾਂ ਜਿਹੜੀ ਕੋਈ ਵੀ ਹੈ ਟ੍ਰਾਂਜੈਕਸ਼ਨ ਕਰ ਸਕਦੇ ਹਾਂ। ਸੈਕਿੰਡ ਐਡਵਾਂਟੇਜ ਕੀ ਹੈ, ਐਫੀਸੈਂਟ ਪ੍ਰਾਈਸਿੰਗ। ਐਫੀਸੈਂਟ ਪ੍ਰਾਈਸਿੰਗ ਮਤਲਬ ਕੀ ਹੁੰਦਾ ਹੈ ਕਿ ਜੇਕਰ ਕੋਈ ਇੱਕੋ ਹੀ ਪ੍ਰੋਡਕਟ ਹੈ ਉਹ ਦੋ ਵੈਬਸਾਈਟ ਉੱਪਰ ਹੈ ਤਾਂ ਕਸਟਮਰ ਕੀ ਹੈ ਉਹਨਾਂ ਦੋਨਾਂ ਦੀ ਕੰਪੇਅਰ ਕਰ ਸਕਦਾ ਹੈ। ਕਸ ਦੀ ਕੰਪੇਅਰ ਉਸਦੇ ਪ੍ਰਾਈਸਿੰਗ ਦੀ। ਮਤਲਬ ਜਿੱਥੇ ਵੀ ਉਹਨੂੰ ਇੱਕੋ ਪ੍ਰੋਡਕਟ ਦਾ, ਜੇਕਰ ਸੇਮ ਪ੍ਰੋਡਕਟ ਹੈ ਦੋ ਵੈਬਸਾਈਟ 'ਤੇ ਹੈ, ਤਾਂ ਉਹ ਦੇਖੂਗਾ ਕਿ ਕਿਸ ਦਾ ਪ੍ਰਾਈਸ ਘੱਟ ਹੈ, ਅਤੇ ਜਿੱਥੇ ਵੀ ਉਹਨੂੰ ਪ੍ਰਾਈਸ ਘੱਟ ਲੱਗੂਗਾ ਉਹ ਉੱਥੋਂ ਹੀ ਉਹ ਪ੍ਰੋਡਕਟ ਨੂੰ ਆਰਡਰ ਕਰਕੇ ਖਰੀਦ ਲਊਗਾ। ਨੈਕਸਟ ਐਡਵਾਂਟੇਜ ਆ ਜਾਂਦੀ ਹੈ ਇਸਦੀ ਰੀਚ ਆਫ ਬਿਜ਼ਨਸ। ਰੀਚ ਆਫ ਬਿਜ਼ਨਸ ਮੀਨਸ ਕੀ ਹੈ ਕਿ ਈ-ਕਮਰਸ ਦੀ ਮਦਦ ਨਾਲ ਇੱਕ ਜੋ ਬਿਜ਼ਨਸ ਹੈ ਉਹਦਾ ਖੇਤਰ ਕੀ ਹੁੰਦਾ, ਬਹੁਤ ਵੱਡਾ ਹੋ ਜਾਂਦਾ। ਮੰਨ ਲਓ ਜੇ ਆਪਾਂ ਇੱਕ ਸ਼ੌਪ ਦੀ ਗੱਲ ਕਰੀਏ ਤਾਂ ਜਿਹੜੇ ਉਸ ਸ਼ੌਪ ਨਾਲ ਕਸਟਮਰ ਹੋਣਗੇ ਉਹ ਉਸੇ ਏਰੀਏ ਨਾਲ ਹੀ ਸੰਬੰਧਿਤ ਹੋਣਗੇ ਜਿੱਥੇ ਉਹ ਸ਼ੌਪ ਹੋਵੇਗੀ। ਪਰ ਜੇਕਰ ਆਪਾਂ ਔਨਲਾਈਨ ਬਿਜ਼ਨਸ ਵਿੱਚ ਖੇਤਰ ਦੇਖੀਏ ਤਾਂ ਇਹਦਾ ਖੇਤਰ ਹੁੰਦਾ ਜੋ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਵੀ ਫੈਲਿਆ ਹੁੰਦਾ। ਨੈਕਸਟ ਐਡਵਾਂਟੇਜ ਇਹਦੀ ਕੀ ਹੈ ਕਿ ਈ-ਕਮਰਸ ਦੀ ਮਦਦ ਨਾਲ ਕੀ ਕਰ ਸਕਦੇ ਹਾਂ ਆਪਾਂ, ਜੋ ਇੱਕ ਕੰਪਨੀ ਹੈ ਉਹ ਇੱਕ ਵਾਰੀ ਆਪਣੇ ਜੋ ਵੀ ਪ੍ਰੋਡਕਟ ਹੈ ਉਹਨੂੰ ਕੀ ਕਰਦੇ ਆ, ਔਨਲਾਈਨ ਪਾ ਦਿੱਤੀ ਜਾਂਦੀ ਹੈ, ਜਾਂ ਆਪਣੀ ਸਰਵਿਸ ਨੂੰ ਔਨਲਾਈਨ ਵੈਬਸਾਈਟ 'ਤੇ ਪਾ ਦਿੱਤੀ ਜਾਂਦੀ ਹੈ, ਤਾਂ ਉਹ ਚਾਹੇ ਦਿਨ ਹੈ ਜਾਂ ਰਾਤ ਹੈ, ਕਿਸੇ ਵੀ ਟਾਈਮ ਜੋ ਕਸਟਮਰ ਹੈ ਉਹ ਆਪਣੇ ਉਸ ਪ੍ਰੋਡਕਟ ਦੇ ਲਈ ਉਹਨੂੰ ਆਰਡਰ ਕਰ ਸਕਦਾ। ਇਸ ਵਿੱਚ ਆਮ ਦੁਕਾਨਾਂ ਵਾਂਗ ਕੋਈ ਸਮਾਂ ਨਹੀਂ ਹੁੰਦਾ ਵੀ ਇਸ ਸਮੇਂ ਤੱਕ ਹੀ ਸ਼ੌਪ ਓਪਨ ਹੋਵੇਗੀ। ਕਿਸੇ ਵੀ ਟਾਈਮ, ਚਾਹੇ ਦਿਨ ਹੈ ਜਾਂ ਰਾਤ ਹੈ, ਉਹ ਕੋਈ ਵੀ ਪ੍ਰੋਡਕਟ ਜਿਹੜਾ ਕਸਟਮਰ ਹੈ ਉਹ ਆਰਡਰ ਕਰ ਸਕਦਾ। ਇਸ ਤੋਂ ਬਿਨਾਂ ਕੀ ਹੁੰਦਾ ਹੈ, ਟਾਈਮ ਸੇਵਿੰਗ ਹੁੰਦੀ ਹੈ। ਇਸ ਦੇ ਨਾਲ ਇੱਕ ਜੋ ਕੰਪਨੀ ਹੈ ਅਤੇ ਜੋ ਇੱਕ ਕਸਟਮਰ ਹੈ ਜੋ ਇਹ ਸ਼ੌਪ 'ਤੇ ਜਾਊਗਾ, ਉੱਥੇ ਜਾ ਕੇ ਉਹ ਪ੍ਰੋਡਕਟ ਖਰੀਦੂਗਾ, ਤਾਂ ਇਹਦੇ ਵਿੱਚ ਕੀ ਹੁੰਦਾ, ਇੱਕ ਕੰਪਨੀ ਦਾ ਵੀ ਅਤੇ ਇੱਕ ਕਸਟਮਰ ਦਾ ਵੀ, ਦੋਨਾਂ ਦਾ ਹੀ ਕੀ ਹੁੰਦਾ, ਟਾਈਮ ਸੇਵਿੰਗ ਹੁੰਦਾ, ਦੋਨਾਂ ਦਾ ਟਾਈਮ ਬਚ ਜਾਂਦਾ। ਨੈਕਸਟ ਐਡਵਾਂਟੇਜ ਆ ਜਾਂਦੀ ਹੈ ਇਸਦੀ EFT ਮੀਨਸ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਈ-ਕਮਰਸ ਦੀ ਮਦਦ ਨਾਲ ਕੀ ਹੁੰਦਾ ਹੈ ਕਿ ਘਰੋਂ ਹੀ ਪੇਮੈਂਟ ਕੀਤੀ ਜਾਂਦੀ ਹੈ, ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਪੇਮੈਂਟ ਬੈਂਕ ਅਕਾਊਂਟ ਵਿੱਚੋਂ ਆਪਣੇ ਆਪ ਕੀ ਹੋ ਜਾਂਦੀ ਹੈ, ਟ੍ਰਾਂਸਫਰ ਹੋ ਜਾਂਦੀ ਹੈ। ਇਸ ਤੋਂ ਬਿਨਾਂ ਕੀ ਹੁੰਦਾ, ਇਹਦੇ ਨਾਲ ਖਰਚਾ ਘੱਟ ਜਾਂਦਾ। ਮੀਨਜ਼ ਕੋਈ ਜੇਕਰ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਦੇ ਲਈ ਇੱਟਾਂ, ਮੋਟਰਾਂ ਅਤੇ ਦੁਕਾਨਾਂ ਦਾ ਪ੍ਰਬੰਧ ਕਰਨ ਦੇ ਲਈ ਏਰੀਆ, ਇਸ 'ਤੇ ਕਾਫੀ ਖਰਚ ਹੋ ਜਾਂਦਾ। ਪਰ ਜੇਕਰ ਉਹ ਔਨਲਾਈਨ ਕਰਦਾ ਤਾਂ ਉਹਦਾ ਜਿਹੜਾ ਇਹ ਖਰਚ ਹੈ ਉਹ ਕਾਫੀ ਘੱਟ ਜਾਂਦਾ। ਮੀਨਜ਼ ਸਿੰਪਲ ਸ਼ਬਦਾਂ ਵਿੱਚ ਅਸੀਂ ਕਹੀਏ ਕਿ ਜੋ ਈ-ਕਮਰਸ ਹੈ ਉਹ ਕੀ ਹੈ, ਇੱਕ ਔਨਲਾਈਨ ਬਿਜ਼ਨਸ ਹੈ ਜੋ ਘਰ ਬੈਠੇ ਵੀ ਕਰ ਸਕਦੇ ਹਾਂ। ਪਰ ਇਸ ਤੋਂ ਬਿਨਾਂ ਇਸਦੇ ਔਗਣ ਵੀ ਹੈ। ਮੀਨਜ਼ ਈ-ਕਮਰਸ ਦੀਆਂ ਕੁਛ ਡਿਸਐਡਵਾਂਟੇਜ ਵੀ ਹੈ। ਫਸਟ ਕੀ ਹੈ ਕਿ ਸਭ ਤੋਂ ਵੱਡੀ ਡਿਸਐਡਵਾਂਟੇਜ ਹੁੰਦੀ ਹੈ ਇਸਦੀ ਸਿਕਿਉਰਿਟੀ ਦੀ। ਮੰਨ ਲਓ ਜੇ ਕੋਈ ਔਨਲਾਈਨ ਬਿਜ਼ਨਸ ਕਰਦਾ ਤਾਂ ਉਹਦੇ ਵਿੱਚ ਜੋ ਪੈਸੇ ਆਉਣ ਦੀ ਗਰੰਟੀ ਹੁੰਦੀ ਹੈ ਉਹ ਕਾਫੀ ਘੱਟ ਹੁੰਦੀ ਹੈ। ਇਸ ਤੋਂ ਬਿਨਾਂ ਕਈ ਵਾਰੀ ਕੀ ਹੁੰਦਾ, ਜੋ ਹੈਕਰ ਹੁੰਦੇ ਆ ਉਹ ਇਨਫੋਰਮੇਸ਼ਨ ਨੂੰ ਵੀ ਹੈਕ ਕਰ ਲੈਂਦੇ ਆ, ਤਾਂ ਇਹ ਇਸ ਦੀ ਕੀ ਹੈ, ਸਭ ਤੋਂ ਵੱਡੀ ਡਿਸਐਡਵਾਂਟੇਜ ਹੈ। ਇਸ ਤੋਂ ਬਿਨਾਂ ਹੋਰ ਡਿਸਐਡਵਾਂਟੇਜ ਕੀ ਹੈ ਇਸਦੀ, ਕਿ ਜੋ ਵੀ ਵੈਬਸਾਈਟ ਹੈ
ਦਾ ਵੈਬਸਾਈਟ ਬਣਾਇਆ ਜਾਂਦਾ ਹੈ ਜਾਂ ਕੋਈ ਐਪ ਬਣਾਇਆ ਜਾਂਦਾ ਹੈ ਤਾਂ ਉਹ ਕੀ ਹੋ ਜਾਂਦਾ, ਬਹੁਤ ਜਲਦੀ ਕਾਪੀ ਹੋ ਜਾਂਦਾ ਹੈ। ਕੋਈ ਵੀ ਵੀਡੀਓ ਹੈ ਜਾਂ ਕੋਈ ਪ੍ਰੋਡਕਟ ਹੋਵੇ ਉਹ ਕੀ ਹੋ ਜਾਂਦਾ ਹੈ, ਬਹੁਤ ਜਲਦੀ ਕਾਪੀ ਹੋ ਜਾਂਦਾ ਹੈ, ਜਿਸ ਦਾ ਕੋਈ ਸਲਿਊਸ਼ਨ ਨਹੀਂ ਹੁੰਦਾ। ਇਸ ਤੋਂ ਬਿਨਾਂ ਕੀ ਡਿਸਐਡਵਾਂਟੇਜ ਹੁੰਦੀ ਹੈ ਕਿ ਕਸਟਮਰ ਦੇ ਨਾਲ ਗੱਲਬਾਤ ਨਹੀਂ ਹੁੰਦੀ। ਕਸਟਮਰ ਦੇ ਕੀ ਵਿਊ ਹੈ ਕਿਸੇ ਪ੍ਰੋਡਕਟ ਨੂੰ ਲੈ ਕੇ, ਉਹ ਲੈਣੇ ਕੀ ਹੈ, ਮੁਸ਼ਕਿਲ ਹੋ ਜਾਂਦੀ ਹੈ। ਇਸ ਤੋਂ ਬਿਨਾਂ ਕੋਈ ਵੀ ਜੇ ਔਨਲਾਈਨ ਬਿਜ਼ਨਸ ਸ਼ੁਰੂ ਕਰਨ ਦੇ ਲਈ ਅਤੇ ਕਿਸੇ ਵੀ ਕਸਟਮਰ ਨੂੰ ਔਨਲਾਈਨ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਮੀਨਜ਼ ਜੇਕਰ ਕੋਈ ਕਸਟਮਰ ਔਨਲਾਈਨ ਗਿਆਨ ਹੈ ਤਾਂ ਹੀ ਉਹ ਕੀ ਆ ਪ੍ਰੋਡਕਟ ਨੂੰ ਪਰਚੇਜ਼ ਕਰ ਸਕਦਾ ਹੈ, ਅਤੇ ਜੇਕਰ ਉਹ ਕਿਸੇ ਬਿਜ਼ਨਸ ਸ਼ੁਰੂ ਕਰ ਰਿਹਾ ਉਸਨੂੰ ਔਨਲਾਈਨ ਗਿਆਨ ਹੈ ਤਾਂ ਹੀ ਉਹ ਆਪਣੇ ਪ੍ਰੋਡਕਟ ਨੂੰ ਵੇਚ ਸਕਦਾ। ਇਸ ਕਰਕੇ ਈ ਕਮਰਸ ਦੇ ਵਿੱਚ ਕੀ ਡਿਸਐਡਵਾਂਟੇਜ ਹੈ ਕਿ ਜੇਕਰ ਕੋਈ ਔਨਲਾਈਨ ਬਿਜ਼ਨਸ ਸ਼ੁਰੂ ਕਰਨਾ ਤਾਂ ਉਹਦੇ ਲਈ ਔਨਲਾਈਨ ਗਿਆਨ ਵੀ ਹੋਣਾ ਚਾਹੀਦਾ ਹੈ। ਇਸ ਤੋਂ ਬਿਨਾਂ ਇੱਕ ਇਹਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਕੀ ਹੈ ਕਿ ਪ੍ਰੋਡਕਟ ਨੂੰ ਔਨਲਾਈਨ ਖਰੀਦਦੇ ਸਮੇਂ ਖਰੀਦਦਾਰ ਪ੍ਰੋਡਕਟ ਨੂੰ ਨਾ ਤਾਂ ਫਿਜ਼ੀਕਲੀ ਦੇਖ ਸਕਦਾ ਹੁੰਦਾ ਅਤੇ ਨਾ ਹੀ ਉਹਨੂੰ ਟੱਚ ਕਰ ਸਕਦਾ ਹੁੰਦਾ, ਅਤੇ ਜੋ ਕੰਪਨੀ ਵਾਲੇ ਦਾ ਕਸਟਮਰ ਨਾਲ ਪਰਸਨਲ ਪਹਿਚਾਣ ਹੈ ਉਹ ਨਹੀਂ ਹੁੰਦੀ। ਇਸ ਤਰ੍ਹਾਂ ਕਈ ਵਾਰੀ ਲੋਕ ਕੀ ਕਰਦੇ ਆ, ਦੂਸਰੇ ਪ੍ਰੋਡਕਟ ਨੂੰ ਦਿਖਾ ਕੇ ਦੂਸਰੇ ਪ੍ਰੋਡਕਟ ਨੂੰ ਵੇਚ ਦਿੰਦੇ ਆ, ਤਾਂ ਇਹ ਵੀ ਇਸਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਹੈ। ਇੱਕ ਇਹਦੀ ਡਿਸਐਡਵਾਂਟੇਜ ਕੀ ਆ ਜਾਂਦੀ ਹੈ, EDI। EDI ਮੀਨਸ ਇਲੈਕਟ੍ਰੋਨਿਕ ਡਾਟਾ ਇੰਟਰਚੇਂਜ। ਜੋ ਇਹ ਹੁੰਦਾ ਇਹ ਸਮਾਲ ਸਕੇਲ ਬਿਜ਼ਨਸ ਦੇ ਲਈ ਕਾਫੀ ਕੋਸਟਲੀ ਪੈਂਦਾ। ਇੱਕ ਹੋਰ ਡਿਸਐਡਵਾਂਟੇਜ ਕੀ ਹੈ ਇਸਦੀ, ਫੁੱਲਫਿਲਮੈਂਟ ਪ੍ਰੋਬਲਮਸ। ਇਹਦੇ ਵਿੱਚ ਮਤਲਬ ਕੀ ਹੈ ਕਿ ਜੇਕਰ ਕਿਸੇ ਨੂੰ ਕੋਈ ਪ੍ਰੋਡਕਟ ਹੈ ਜਾਂ ਸਰਵਿਸ ਹੈ ਉਹ ਇੱਕ ਦਿਨ ਵਿੱਚ ਚਾਹੀਦਾ ਤਾਂ ਉਸਨੂੰ ਔਨਲਾਈਨ ਆਰਡਰ ਕੀਤਾ, ਪਰ ਜੇਕਰ ਕਿਸੇ ਪ੍ਰੋਬਲਮ ਕਰਕੇ ਉਹ ਨਹੀਂ ਸਪਲਾਈ ਹੁੰਦਾ ਤਾਂ ਇਹ ਕੀ ਹੁੰਦੀ ਹੈ, ਇੱਕ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ, ਕਿਉਂਕਿ ਇਹ ਇੱਕ ਦਿਨ ਦੇ ਵਿੱਚ ਕਸਟਮਰ ਦੀਆਂ ਜੋ ਰਿਕੁਆਇਰਮੈਂਟ ਹੈ ਉਸਨੂੰ ਪੂਰਾ ਕਈ ਵਾਰੀ ਨਹੀਂ ਕਰ ਸਕਦਾ। ਸੋ ਸਟੂਡੈਂਟਸ, ਅੱਜ ਆਪਣਾ ਟੌਪਿਕ ਸੀਗਾ ਈ ਕਮਰਸ ਬਾਰੇ, ਉਸਦੀਆਂ ਕੀ ਕਿਸਮ ਹੈ, ਉਸਦੇ ਗੁਣ ਕੀ ਹੈ, ਔਗਣ ਕੀ ਹੈ। ਸੋ ਥੈਂਕ ਯੂ ਫॉर ਵਾਚਿੰਗ।